TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦਾ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਆਓ ਦੋਸਤੋ, ਦੁਨੀਆ ਭਰ ਦੀਆਂ ਕੁਝ ਅਹਿਮ ਅਤੇ ਵੱਡੀਆਂ ਖਬਰਾਂ ਦੇ ਉੱਤੇ ਨਜ਼ਰ ਮਾਰੀਏ। ਯੂਕਰੇਨ ਦੀ ਫੌਜ ਦਾ ਆਮ ਲੋਕਾਂ ਨੂੰ ਇੱਕ ਖਾਸ ਸੁਨੇਹਾ। ਯੂਕਰੇਨ ਦੇ ਰਾਸ਼ਟਰਪਤੀ ਨੇ ਗੱਲਬਾਤ ਦੀ ਪੇਸ਼ਕਸ਼ ਕੀਤੀ ਸਵੀਕਾਰ। ਯੂਕਰੇਨ ਨੂੰ 28 ਮੁਲਕ ਭੇਜਣਗੇ ਹਥਿਆਰ। ਰਾਸ਼ਟਰਪਤੀ ਪੁਤਨ ਨੇ ਇੱਕ ਹੋਰ ਤਾਨਾਸ਼ਾਹੀ ਫਰਮਾਨ ਕੀਤਾ ਜਾਰੀ। ਨਾਲ ਹੀ ਰੂਸ ਦੇ ਰਾਸ਼ਟਰਪਤੀ ਨੇ ਨਾਲ ਲੱਗਦੇ ਦਿੱਤੀ ਇੱਕ ਹੋਰ ਧਮਕੀ। ਲਗਭਗ 1.25 ਲੱਖ ਯੂਕਰੇਨੀਅਨ ਲੋਕਾਂ ਨੇ ਗੁਆਂਢੀ ਮੁਲਕਾਂ ਵਿੱਚ ਲਈ ਸ਼ਰਨ ਅਤੇ ਭਾਜਪਾ ਪ੍ਰਧਾਨ ਨੱਡਾ ਨੇ ਅਕਾਲੀ ਦਲ ਦੇ ਸੁਪਨਿਆਂ ਤੇ ਫੇਰਿਆ ਪਾਣੀ। ਅਤੇ ਅੱਜ ਦੇ ਦਿਨ ਉੱਤੇ ਕਰਾਂਗੇ ਵਿਸ਼ੇਸ਼ ਗੱਲਬਾਤ। ਦੋਸਤੋ, ਇਹ ਕੁਝ ਜਾਣਕਾਰੀਆਂ ਆਪਣੇ ਪ੍ਰੋਗਰਾਮ ਵਿੱਚ ਸ਼ਾਮਲ ਰਹਿਣਗੀਆਂ। ਇਹਦੇ ਤੋਂ ਪਹਿਲਾਂ ਕਿ ਇਹਨਾਂ ਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਕਰਾਂ, ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਵੇਖਣ ਸੁਣਨ ਤੋਂ ਬਾਅਦ ਫਿਰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ। ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਆਓ ਸਭ ਤੋਂ ਪਹਿਲਾਂ ਅੱਜ ਦੇ ਇੱਕ ਵਿਸ਼ੇਸ਼ ਦਿਨ ਦੇ ਉੱਤੇ ਸੰਖੇਪ ਜੀ ਗੱਲਬਾਤ ਕਰਾਂ। 27 ਫਰਵਰੀ ਹੋ ਚੁੱਕੀ ਹੈ ਪੰਜਾਬ ਦੇ ਵਿੱਚ। 27 ਫਰਵਰੀ ਜੇ ਮੈਂ ਇਹ ਕਹਿ ਦਿਆਂ ਕਿ ਸ਼ਹੀਦਾਂ ਦਾ ਦਿਨ ਹੈ ਤਾਂ ਇਸ ਵਿੱਚ ਕੋਈ ਅਤ ਕਥਨੀ ਨਹੀਂ। 1926-27 ਦੇ ਵਰ੍ਹਿਆਂ ਦੀ ਸ਼ੁਰੂਆਤ ਆਜ਼ਾਦੀ ਦੇ ਲਾੜਿਆਂ ਵੱਲੋਂ ਮੌਤ ਦੀ ਘੋੜੀ ਚੜ੍ਹ ਕੇ ਕੀਤੀ ਗਈ ਸੀ। ਇਸ ਤੋਂ ਪਹਿਲਾਂ 1923 ਦੇ ਵਿੱਚ ਬੰਬੇਲੀ, ਬਹਿਬਲਪੁਰ, ਮੰਨਣਹਾਰਾਂ, ਰੱਕਣਾ ਅਤੇ ਮੰਡੇਰਾਂ ਪਿੰਡਾਂ ਦੇ ਵਿੱਚ ਵੀ ਪੁਲਿਸ ਮੁਕਾਬਲੇ ਕੀਤੇ ਗਏ ਅਤੇ ਬੱਬਰ ਸ਼ਹੀਦੀ ਜੰਮ ਪੀ ਗਏ ਸਨ। ਤੇ ਇਸ ਦੀ ਅਗਲੀ ਜਿਹੜੀ ਲੜੀ ਸੀ ਉਹ ਜੇਲ੍ਹਾਂ ਦੇ ਵਿੱਚ ਸ਼ਹਾਦਤਾਂ ਦੀ ਤੇ ਉਮਰ ਕੈਦਾਂ ਦੀ ਹੈ। ਇਸੇ ਤਰ੍ਹਾਂ 16 ਮਈ 1931 ਨੂੰ ਜਲੰਧਰ ਜੇਲ੍ਹ ਦੇ ਵਿੱਚ ਬੱਬਰ ਅਕਾਲੀ ਲਹਿਰ ਦੇ ਲਾਭ ਸਿੰਘ ਅਤੇ ਭਾਨ ਸਿੰਘ ਰੰਧਾਵਾ ਦੇ ਨਾਲ ਸਾਧੂ ਸਿੰਘ ਸਾਂਧਰਾ ਨੂੰ ਫਾਂਸੀ ਤੇ ਚਾੜ ਦਿੱਤਾ ਗਿਆ ਸੀ। ਤੇ ਫਿਰ ਆਉਂਦਾ 27 ਫਰਵਰੀ ਦਾ ਦਿਨ। 27 ਫਰਵਰੀ ਦਾ ਦਿਨ ਤਿੰਨ ਇਤਿਹਾਸਕ ਲਹਿਰਾਂ ਦੇ ਸੰਗਮ ਦੀ ਅਭੁੱਲ ਯਾਦ ਆਖਿਆ ਜਾ ਸਕਦਾ ਹੈ। ਤੇ ਇਹ ਇਤਿਹਾਸਕ ਪੈੜਾਂ ਅੱਜ ਵੀ ਚੇਤੇ ਕਰਨੀਆਂ ਬਣਦੀਆਂ ਨੇ। ਜਦੋਂ ਆਪਣੇ ਮੁਲਕ ਦੀ ਆਜ਼ਾਦੀ ਦੀ ਗੱਲ ਕਰਨ ਦੇ ਦੋਸ਼ ਦੇ ਤਹਿਤ, ਸਿਰਫ ਆਜ਼ਾਦੀ ਦੀ ਗੱਲ ਕਰਨ ਦੇ ਦੋਸ਼ ਦੇ ਤਹਿਤ ਬੱਬਰ ਅਕਾਲੀ ਲਹਿਰ ਦੇ ਸੰਗਰਾਮੀਏ ਕਿਸ਼ਨ ਸਿੰਘ ਗੜਗੱਜ ਜਿਹੜੇ ਵੜਿੰਗ ਜਲੰਧਰ ਨਾਲ ਸੰਬੰਧਿਤ ਸਨ, ਕਰਮ ਸਿੰਘ ਮਾਣੂਕੇ ਜਲੰਧਰ ਜ਼ਿਲ੍ਹੇ ਨਾਲ ਸੰਬੰਧਿਤ ਸਨ, ਨੰਦ ਸਿੰਘ ਕੁੜਿਆਲ ਇਹ ਵੀ ਜਲੰਧਰ ਜ਼ਿਲ੍ਹੇ ਨਾਲ ਸੰਬੰਧਿਤ ਸਨ, ਸੰਤਾ ਸਿੰਘ ਛੋਟੀ ਹਰਿਓਂ ਜ਼ਿਲ੍ਹਾ ਲੁਧਿਆਣਾ ਨਾਲ ਸੰਬੰਧਿਤ ਸਨ, ਦਲੀਪ ਸਿੰਘ ਧਾਮੀਆਂ ਇਹ ਹੁਸ਼ਿਆਰਪੁਰ ਨਾਲ ਸੰਬੰਧਿਤ ਸਨ ਅਤੇ ਧਰਮ ਸਿੰਘ ਹਯਾਤਪੁਰ ਰੁੜਕੀ ਇਹ ਹੁਸ਼ਿਆਰਪੁਰ ਨਾਲ ਸੰਬੰਧਿਤ ਸਨ। 27 ਫਰਵਰੀ ਤੇ 1926 ਨੂੰ ਹੀ ਨਿੱਕਾ ਸਿੰਘ ਗਿੱਲ ਲੁਧਿਆਣਾ ਜ਼ਿਲ੍ਹੇ ਦੇ ਸੀ, ਮਕੰਦ ਸਿੰਘ ਜਵੱਦੀ ਕਲਾਂ ਲੁਧਿਆਣਾ ਨਾਲ ਸੰਬੰਧਿਤ ਸਨ, ਬੰਤਾ ਸਿੰਘ ਗੁਰੂਸਰ ਇਹ ਵੀ ਜ਼ਿਲ੍ਹਾ ਲੁਧਿਆਣਾ ਨਾਲ ਸੰਬੰਧਿਤ ਸਨ, ਸੁੰਦਰ ਸਿੰਘ ਲੌਕਾ ਅੰਮ੍ਰਿਤਸਰ ਨਾਲ ਸੰਬੰਧਿਤ ਸਨ, ਗੁੱਜਰ ਸਿੰਘ ਟਪਈ ਇਹ ਲੁਧਿਆਣਾ ਨਾਲ ਸੰਬੰਧਿਤ ਸਨ ਅਤੇ ਨਿੱਕਾ ਸਿੰਘ ਦੂਸਰਾ ਆਲੋਵਾਲ ਇਹ ਅੰਮ੍ਰਿਤਸਰ ਜ਼ਿਲ੍ਹੇ ਨਾਲ ਸੰਬੰਧਿਤ ਸਨ। 27 ਫਰਵਰੀ ਤੇ 1927 ਨੂੰ ਬਰਤਾਨਵੀ ਹਕੂਮਤ ਨੇ ਲਾਹੌਰ ਦੀ ਕੇਂਦਰੀ ਜੇਲ੍ਹ ਦੇ ਵਿੱਚ ਫਾਂਸੀ ਤੇ ਚਾੜ ਦਿੱਤੇ ਸਨ। ਕੋਸ਼ਿਸ਼ ਕਰਿਓ ਕਿ ਇਤਿਹਾਸ ਬੱਬਰ ਅਕਾਲੀ ਲਹਿਰ ਦਾ ਬਹੁਤ ਵਿਸਥਾਰਤ ਹੈ, ਪਰ ਮੈਂ ਉਹਨਾਂ ਯੋਧਿਆਂ ਨੂੰ ਯਾਦ ਕੀਤਾ ਜਿਨ੍ਹਾਂ ਨੇ ਅੱਜ ਦੇ ਦਿਨ ਸ਼ਹਾਦਤ ਦਾ ਜਾਮ ਪੀ ਲਿਆ ਸੀ, ਫਾਂਸੀ ਦੇ ਰੱਸੇ ਨੂੰ ਚੁੰਮ ਲਿਆ ਸੀ। ਸਿਰਫ ਤੇ ਸਿਰਫ ਦੋਸ਼ ਇਹ ਸੀ ਕਿ ਉਹਨਾਂ ਨੇ ਆਪਣੇ ਮੁਲਕ ਦੀ ਆਜ਼ਾਦੀ ਦੀ ਗੱਲ ਕੀਤੀ ਸੀ। ਕੋਸ਼ਿਸ਼ ਕਰਿਆ ਕਰੋ ਕਿ ਜਿਨ੍ਹਾਂ ਦੀ ਬਦੌਲਤ ਅਸੀਂ ਆਜ਼ਾਦ ਫਿਜ਼ਾ ਦੇ ਵਿੱਚ ਸਾਹ ਲੈਂਦੇ ਹਾਂ ਉਹਨਾਂ ਨੂੰ ਚੇਤੇ ਕਰਿਆ ਕਰੀਏ ਅਤੇ ਉਹਨਾਂ ਨੂੰ ਪੜ੍ਹਿਆ ਕਰੀਏ ਅਤੇ ਅਦਾਰਾ TVN ਦੇ ਵੱਲੋਂ ਇਹਨਾਂ ਨੂੰ ਆਪਣੀ ਸ਼ਰਧਾ ਤੇ ਸਤਿਕਾਰ ਭੇਟ ਹੈ। ਤੇ ਹੁਣ ਗੱਲ ਕਰਦੇ ਹਾਂ ਯੂਕਰੇਨ ਦੀ। ਯੂਕਰੇਨ ਦੇ ਵਿੱਚ ਜੰਗ ਲੱਗੀ ਹੋਈ ਹੈ। ਦੁਨੀਆ ਭਰ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ। ਯੂਕਰੇਨ ਦੇ ਵਿੱਚ ਹਮਲੇ ਦਾ ਤੀਸਰਾ ਦਿਨ ਸੀ। ਤੀਸਰੇ ਦਿਨ ਬਾਅਦ ਰੂਸ ਨੇ ਦਾਅਵਾ ਕੀਤਾ ਕਿ ਰੂਸ ਨੇ 800 ਯੂਕਰੇਨੀ ਫੌਜੀ ਟਿਕਾਣੇ ਤਬਾਹ ਕਰ ਦਿੱਤੇ ਹੈ। ਇਹਨਾਂ ਵਿੱਚ 14 ਹਵਾਈ ਟਿਕਾਣੇ ਹੈ, 19 ਕਮਾਂਡ ਪੋਸਟ ਦੱਸੇ ਜਾ ਰਹੇ ਨੇ, 24 S-300 ਐਂਟੀ ਏਅਰਕ੍ਰਾਫਟ ਮਿਜ਼ਾਈਲ ਸਿਸਟਮ ਦੱਸੇ ਜਾ ਰਹੇ ਨੇ ਅਤੇ 48 ਰਡਾਰ ਸਟੇਸ਼ਨ ਵੀ ਦੱਸੇ ਜਾ ਰਹੇ ਨੇ ਜਿਹੜੇ ਉਹਨਾਂ ਨੇ ਤਬਾਹ ਕਰ ਦਿੱਤੇ ਹੈ। ਦੂਸਰੇ ਪਾਸੇ ਯੂਕਰੇਨੀ ਫੌਜ ਵੀ ਕਿਸੇ ਨਾਲੋਂ ਘੱਟ ਨਹੀਂ। ਯੂਕਰੇਨੀ ਫੌਜ ਵੀ ਲਗਾਤਾਰ ਆਪਣੇ ਹੌਸਲੇ ਬੁਲੰਦ ਕਰਕੇ ਅੱਗੇ ਵਧ ਰਹੀ ਹੈ ਤੇ ਆਪਣੇ ਲੋਕਾਂ ਦੀ ਉਹ ਇਸ ਵਕਤ ਸੁਰੱਖਿਆ ਕਰ ਰਹੀ ਹੈ।
ਯੂਕਰੇਨੀ ਫੌਜ ਨੇ ਉੱਥੋਂ ਦੇ ਆਮ ਨਾਗਰਿਕਾਂ ਨੂੰ ਇੱਕ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਜੇਕਰ ਤੁਸੀਂ ਯੂਕਰੇਨ ਦੀ ਆਪਣੀ ਅਤੇ ਭਾਵ ਸਾਡੀ ਫੌਜ ਦੀ ਮਦਦ ਕਰਨੀ ਚਾਹੁੰਦੇ ਹੋ ਤਾਂ ਸਾਡੀ ਇੱਕ ਸਲਾਹ ਮੰਨ ਲਓ। ਉਹ ਕਹਿੰਦੇ ਜੇਕਰ ਰੂਸੀ ਟੈਂਕ ਤੁਸੀਂ ਸ਼ਹਿਰ ਵੱਲ ਆਉਂਦੇ ਵੇਖਦੇ ਹੋ ਤਾਂ ਸੜਕਾਂ ਪੁੱਟ ਦਿਓ, ਕਿਉਂਕਿ ਉਹਨਾਂ ਦੇ ਪਿੱਛੇ ਕਹਿੰਦੇ ਫਿਊਲ ਟੈਂਕਰ ਹੁੰਦੇ ਨੇ, ਜਦੋਂ ਤੁਸੀਂ ਸੜਕਾਂ ਪੁੱਟ ਦਿਓਗੇ ਫਿਰ ਉਹ ਅੱਗੇ ਵਧ ਨਹੀਂ ਸਕਣਗੇ। ਇਹਦੇ ਨਾਲ ਹੀ ਕਹਿੰਦੇ ਜੇਕਰ ਤੁਸੀਂ ਫੌਜ ਦੀਆਂ ਗੱਡੀਆਂ ਹੀ ਆਉਂਦੀਆਂ ਵੇਖਦੇ ਹੋ, ਟੈਂਕਰ ਨਹੀਂ, ਤਾਂ ਆਸ-ਪਾਸ ਦੇ ਜੰਗਲਾਂ ਨੂੰ ਅੱਗ ਲਾ ਦਿਓ। ਤੇ ਨਾਲ ਹੀ ਜੇਕਰ ਤੁਹਾਡੇ ਕੋਲ ਬੰਦੂਕਾਂ ਨੇ, ਕਿਉਂਕਿ ਬੀਤੇ ਕੁਝ ਕੁ ਦਿਨਾਂ ਤੋਂ ਯੂਕਰੇਨ ਦੇ ਲੋਕ ਵੱਡੀ ਗਿਣਤੀ ਵਿੱਚ ਅਸਲਾ ਖਰੀਦ ਰਹੇ ਨੇ ਅਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਨੇ, ਆਮ ਨਾਗਰਿਕ ਨੇ, ਜਿਨ੍ਹਾਂ ਨੂੰ ਹਥਿਆਰ ਵੰਡ ਦਿੱਤੇ ਗਏ ਹੈ। ਉਹਨਾਂ ਵਿੱਚੋਂ ਕੁਝ ਮੁਟਿਆਰਾਂ ਵੀ ਨੇ, ਕੁਝ ਨੌਜਵਾਨ ਨੇ, ਕੁਝ ਬਜ਼ੁਰਗ ਵੀ ਨੇ, ਕੁਝ ਅੱਧ-ਖੜ ਉਮਰ ਦੇ ਨੇ, ਜਿਨ੍ਹਾਂ ਨੂੰ ਹਫ਼ਤੇ-ਹਫ਼ਤੇ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਇੱਥੋਂ ਤੱਕ ਕਿ ਉੱਥੋਂ ਦੀ ਸੰਸਦ ਮੈਂਬਰ ਨੇ ਵੀ ਹਥਿਆਰ ਚੁੱਕ ਲਏ ਹੈ। ਤੇ ਬੀਤੇ ਦਿਨੀ ਤੁਹਾਡੇ ਨਾਲ ਜ਼ਿਕਰ ਕੀਤਾ ਸੀ ਕਿ ਇੱਕ ਜੋੜੇ ਨੇ ਵਿਆਹ ਕਰਵਾਇਆ। ਵਿਆਹ ਕਰਵਾਉਣ ਤੋਂ ਤੁਰੰਤ ਬਾਅਦ ਦੋਵਾਂ ਨੇ ਹਥਿਆਰ ਹੱਥਾਂ ਵਿੱਚ ਲੈ ਕੇ ਮੁਲਕ ਦੀ ਰਾਖੀ ਕਰਨ ਦਾ ਜ਼ਿੰਮਾ ਚੁੱਕਿਆ। ਉਹ ਕਹਿੰਦੇ ਜੇਕਰ ਤੁਹਾਡੇ ਕੋਲੇ ਹਥਿਆਰ ਨੇ ਤਾਂ ਜਿਹੜੀਆਂ ਫੌਜ ਦੀਆਂ ਗੱਡੀਆਂ ਆਉਂਦੀਆਂ ਤੁਹਾਨੂੰ ਨਜ਼ਰ ਆਉਂਦੀਆਂ ਨੇ, ਪਰ ਹੁਣ ਰੂਸੀ ਫੌਜ ਦੀਆਂ, ਉਹਨਾਂ ਦੇ ਟਾਇਰਾਂ ਤੇ ਫਾਇਰਿੰਗ ਕਰ ਦਿਓ, ਪਰ ਖੁਦ ਨੂੰ ਸੁਰੱਖਿਅਤ ਰੱਖਿਓ। ਤੇ ਦੂਸਰੇ ਪਾਸੇ ਰੂਸ ਦੀ ਡਿਫੈਂਸ ਮਿਨਿਸਟਰੀ ਨੇ ਯੂਕਰੇਨ ਦੀ ਸਰਕਾਰ ਤੇ ਦੋਸ਼ ਲਗਾਏ ਨੇ ਕਿ ਯੂਕਰੇਨ ਦੀ ਫੌਜ ਹੁਣ ਆਮ ਲੋਕਾਂ ਨੂੰ ਢਾਲ ਬਣਾ ਕੇ ਆਮ ਲੋਕਾਂ ਦਾ ਇਸਤੇਮਾਲ ਕਰ ਰਹੀ ਹੈ। ਤੇ ਨਾਲ ਉਹਨਾਂ ਨੇ ਧਮਕੀ ਭਰੇ ਲਹਿਜੇ ਦੇ ਵਿੱਚ ਆਖਿਆ ਰੂਸ ਦੀ ਡਿਫੈਂਸ ਮਿਨਿਸਟਰੀ ਨੇ ਕਿ ਜੇਕਰ ਯੂਕਰੇਨ ਨੇ ਇਸੇ ਤਰ੍ਹਾਂ ਆਮ ਲੋਕਾਂ ਦਾ ਇਸਤੇਮਾਲ ਜਾਰੀ ਰੱਖਿਆ ਤਾਂ ਜ਼ਿਆਦਾ ਜਾਨਾਂ ਜਾਣਗੀਆਂ। ਕਹਿਣ ਦਾ ਭਾਵ ਕੀ ਹੈ ਕਿ ਫਿਰ ਅਸੀਂ ਆਮ ਲੋਕਾਂ ਨੂੰ ਵੀ ਨਿਸ਼ਾਨਾ ਬਣਾਵਾਂਗੇ। ਉਹ ਕਹਿੰਦੇ ਫਿਰ ਹਾਦਸੇ ਵਧਣਗੇ। ਇੱਧਰ ਨਿਊਯਾਰਕ ਟਾਈਮਜ਼ ਦੀ ਇੱਕ ਰਿਪੋਰਟ ਦੇ ਅਨੁਸਾਰ ਰੂਸ ਦੀ ਫੌਜ ਨੂੰ ਯੂਕਰੇਨੀ ਫੌਜ ਦਾ ਕਰਾਰਾ ਤੇ ਤਕੜਾ ਹੱਲਾ ਮਿਲ ਰਿਹਾ, ਜਵਾਬ ਮਿਲ ਰਿਹਾ। ਖਾਸ ਕਰਕੇ ਯੂਕਰੇਨ ਦੇ ਉੱਤਰੀ ਇਲਾਕੇ ਦੇ ਵਿੱਚ ਰੂਸੀ ਫੌਜ ਦੇ ਹੌਸਲੇ ਪਸਤ ਹੋ ਰਹੇ ਨੇ, ਜਿਸ ਕਾਰਨ ਉਹਨਾਂ ਨੇ ਕੀਵ ਸਮੇਤ ਦੂਸਰੇ ਸ਼ਹਿਰਾਂ ਦੇ ਆਮ ਲੋਕਾਂ ਨੂੰ, ਰਹਿਸ਼ੀ ਇਲਾਕਿਆਂ ਨੂੰ ਹੁਣ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਕਿਉਂਕਿ ਰੂਸ ਨੂੰ ਇੰਨੀ ਉਮੀਦ ਨਹੀਂ ਸੀ ਕਿ ਇਸ ਲੈਵਲ ਦੀ ਟੱਕਰ ਯੂਕਰੇਨ ਦੇ ਵਿੱਚ ਉਹਨਾਂ ਨੂੰ ਮਿਲੇਗੀ। ਖਬਰ ਮਿਲ ਰਹੀ ਹੈ ਕਿ ਜਰਮਨੀ ਨੇ ਯੂਕਰੇਨ ਨੂੰ 5000 ਆਰਮੀ ਹੈਲਮਟ ਭੇਜਿਆ, ਜਦੋਂ ਕਿ ਯੂਕਰੇਨ ਨੇ 1 ਲੱਖ ਹੈਲਮਟ ਤੇ ਹੈੱਡ ਗੀਅਰ ਦੀ ਮੰਗ ਕੀਤੀ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਰੂਸ ਦੇ ਫਾਈਟਰ ਜੈਟ ਕੀਵ ਦੇ ਨਾਲ ਲੱਗਦੇ ਇਲਾਕਿਆਂ ਤੇ ਕੁਝ ਹੋਰ ਸ਼ਹਿਰਾਂ ਦੇ ਉੱਤੇ ਹਮਲੇ ਕਰ ਰਹੇ ਨੇ। ਉਹਨਾਂ ਸ਼ਹਿਰਾਂ ਦਾ ਨਾਮ ਹੈ ਖਾਕਰੀਬ ਅਤੇ ਖੇਰਸਨ। ਇਹਨਾਂ ਦੇ ਸ਼ਹਿਰੀ ਇਲਾਕਿਆਂ ਦੇ ਉੱਤੇ ਮਿਜ਼ਾਈਲਾਂ ਸੁੱਟੇ ਜਾਣ ਦੀਆਂ ਖਬਰਾਂ ਮਿਲ ਰਹੀਆਂ ਨੇ। ਰਾਜਧਾਨੀ ਕੀਵ ਤੇ ਵੀ ਇੱਕ ਵੱਡਾ ਹਮਲਾ ਹੋਣ ਦੀ ਖਬਰ ਹੈ, ਜਿਸ ਕਾਰਨ ਉੱਥੇ ਕੁਝ ਵੱਡੀਆਂ ਜਿਹੜੀਆਂ ਰਹਿਸ਼ੀ ਇਮਾਰਤਾਂ ਨੇ ਉਹਨਾਂ ਨੂੰ ਵੀ ਵੱਡੇ ਪੱਧਰ ਤੇ ਨੁਕਸਾਨ ਪਹੁੰਚਿਆ। ਰੂਸ ਨੇ ਮਿਲਟੋਪੋਲ ਸ਼ਹਿਰ ਉੱਤੇ ਵੀ ਕਬਜ਼ਾ ਕਰ ਲਿਆ। ਯੂਕਰੇਨ ਨੇ ਦਾਅਵਾ ਕੀਤਾ ਕਿ ਉਹਨਾਂ ਦੀ ਫੌਜ ਨੇ ਰੂਸ ਤੇ 3500 ਫੌਜੀ ਹਲਾਕ ਕਰ ਦਿੱਤੇ ਹੈ, 2 ਟੈਂਕ ਤਬਾਹ ਕਰ ਦਿੱਤੇ ਹੈ, 14 ਜਹਾਜ਼ ਅਤੇ 8 ਹੈਲੀਕਾਪਟਰ ਵੀ ਸੁੱਟ ਲਏ ਨੇ। ਕਹਿਣ ਦਾ ਭਾਵ ਹੁਣ ਤੱਕ ਜਿੰਨਾ ਰੂਸੀ ਫੌਜ ਨੇ ਯੂਕਰੇਨ ਦੀ ਫੌਜ ਦਾ ਨੁਕਸਾਨ ਕੀਤਾ ਉਹਦੇ ਤੋਂ ਕਈ ਗੁਣ ਜ਼ਿਆਦਾ ਯੂਕਰੇਨ ਦੀ ਫੌਜ ਨੇ ਰੂਸ ਦੀ ਫੌਜ ਦਾ ਨੁਕਸਾਨ ਕਰ ਦਿੱਤਾ ਹੈ। ਇਹ CNN ਦੀ ਰਿਪੋਰਟ ਆਖ ਰਹੀ ਹੈ ਕਿ ਇੰਨੇ ਵੱਡੇ ਹੱਲੇ ਦੀ ਉਮੀਦ ਰੂਸ ਅਤੇ ਰੂਸੀ ਫੌਜਾਂ ਨੇ ਕੀਤੀ ਨਹੀਂ ਸੀ। ਪਰ ਵਾਰ-ਵਾਰ 24 ਫਰਵਰੀ ਤੋਂ ਬਾਅਦ ਹੀ ਕਦੇ ਉਹ ਰਾਸ਼ਟਰਪਤੀ ਜੋ ਬਾਈਡਨ ਨੂੰ ਫੋਨ ਕਰਦੇ ਨੇ, ਜ਼ੋਲੈਂਸਕੀ ਭਾਵ ਯੂਕਰੇਨ ਦੇ ਰਾਸ਼ਟਰਪਤੀ, ਕਦੇ ਉਹ ਪ੍ਰਧਾਨ ਮੰਤਰੀ ਮੋਦੀ ਨੂੰ ਫੋਨ ਕਰਦੇ ਆ, ਕਦੇ ਉਹ ਕਿਸੇ ਹੋਰ ਨੂੰ ਫੋਨ ਕਰਦੇ ਆ ਕਿ ਭਾਈ ਸਾਨੂੰ ਜਾਣ-ਬੁੱਝ ਕੇ ਧੱਕੇ ਦੇ ਨਾਲ ਜੰਗ ਦੇ ਵਿੱਚ, ਯੁੱਧ ਦੇ ਮੈਦਾਨ 'ਚ ਧੱਕਿਆ ਗਿਆ, ਗੱਲਬਾਤ ਨਾਲ ਮਸਲਾ ਸੁਲਝਾ ਦਿਓ। ਤੇ ਹੁਣ ਇਹ ਵੀ ਪਤਾ ਲੱਗਿਆ ਕਿ ਰਾਸ਼ਟਰਪਤੀ ਜ਼ੈਲੈਂਸਕੀ ਨੇ ਰੂਸ ਦੀ ਗੱਲਬਾਤ ਦੀ ਪੇਸ਼ਕਸ਼ ਸਵੀਕਾਰ ਕਰ ਲਈ ਹੈ। ਇਹ ਪੂਰੀ ਦੁਨੀਆ ਵਾਸਤੇ ਇੱਕ ਰਾਹਤ ਭਰੀ ਖਬਰ ਹੋ ਸਕਦੀ ਹੈ। ਇੱਕ ਖਬਰ ਏਜੰਸੀ ਦੇ ਮੁਤਾਬਕ ਗੱਲਬਾਤ ਦੇ ਵਾਸਤੇ ਸਿਰਫ ਸਮਾਂ ਅਤੇ ਸਥਾਨ ਦੀ ਚਰਚਾ ਕੀਤੀ ਜਾ ਰਹੀ ਹੈ। ਦੱਸਣਾ ਬਣਦਾ ਕਿ ਇਹਦੇ ਤੋਂ ਪਹਿਲਾਂ ਰੂਸ ਵੱਲੋਂ ਆਖਿਆ ਗਿਆ ਸੀ ਕਿ ਯੂਕਰੇਨ ਦੇ ਰਾਸ਼ਟਰਪਤੀ ਜ਼ੈਲੈਂਸਕੀ ਨੇ ਸ਼ਾਂਤੀ ਵਾਰਤਾ ਸ਼ੁਰੂ ਕਰਨ ਦਾ ਸੱਦਾ ਦਿੱਤਾ ਸੀ, ਪਰ ਦੋਵਾਂ ਦੇ ਵਿਚਕਾਰ ਗੱਲਬਾਤ ਸ਼ੁਰੂ ਨਹੀਂ ਸੀ ਹੋ ਸਕੀ, ਕਿਉਂਕਿ ਜਿਹੜੇ ਯੂਕਰੇਨ ਦੇ ਰਾਸ਼ਟਰਪਤੀ ਨੇ ਇਹ ਗੱਲਬਾਤ ਪੋਲਿਸ਼ ਸ਼ਹਿਰ ਵਰਸਾ 'ਚ ਕਰਵਾਉਣਾ ਚਾਹੁੰਦੇ ਸੀ, ਜਦਕਿ ਰੂਸ ਚਾਹੁੰਦਾ ਕਿ ਇਹ ਗੱਲਬਾਤ ਬੇਲਾਰੂਸ ਤੇ ਮਿੰਸਕ 'ਚ ਹੋਵੇ। ਹੁਣ ਗੱਲਬਾਤ ਦਾ ਸਮਾਂ ਕੀ ਹੋਵੇਗਾ, ਸਥਾਨ ਕੀ ਹੋਵੇਗਾ, ਇਹਦੇ ਬਾਬਤ ਹਾਲੇ ਉਡੀਕ ਕੀਤੀ ਜਾ ਰਹੀ ਹੈ। ਜ਼ੈਲੈਂਸਕੀ ਗੱਲਬਾਤ ਵਾਸਤੇ ਸਹਿਮਤ ਨੇ। ਉਮੀਦ ਹੈ ਕਿ ਜੇਕਰ ਰੂਸ ਨੇ ਵੀ ਇਹ ਸਹਿਮਤੀ ਦੇ ਦਿੱਤੀ ਤਾਂ ਜੰਗ ਜਲਦੀ ਖਤਮ ਹੋ ਜਾਵੇਗੀ, ਪਰ ਰੂਸ ਦੇ ਤੇਵਰ ਇਸ ਤਰ੍ਹਾਂ ਦੇ ਹਾਲ ਦੀ ਕੜੀ ਨਜ਼ਰ ਆਉਂਦੇ ਨਹੀਂ।
यूक्रेन के राष्ट्रपति के प्रैस सकत्तर ने सरगेई निकीफोरोव का कहना है कि राष्ट्रपति ने रूसी राष्ट्रपति पुतिन की पेशकश स्वीकार कर ली। असी शांति चाहते हाँ, असी जंगबंदी चाहते हाँ। उन्होंने अपने फेसबुक अकाउंट के उत्ते भी ये गल लिखी है कि असी उन्होंने दोषों को नकारते हैं जिहदे च लिखिया गया है कि यूक्रेन वाले गलबात करना नहीं चाहते, असी जंगबंदी चाहते नहीं। वो कहते साडा इस तरह का ना कोई मनशा सी ना है कि असी अपने मुल्क नूं जंग दे विच युद्ध दे विच धकेलना है। असी तां कहने कि साडे नाल गलबात करो। असीं तां बहुत सारे मुल्कां दे आगूआं नूं भी आख चुके हैं कि तुसीं इहदे विच विचोलगी करो। जेकर ये जंग ये युद्ध ठहराया जा सकता है तां इहनूं बंद किया जावे। पर लगदा नहीं हाल दी घड़ी जिस तरह वार वार हल्ले किए जा रहे हैं। हुण वेखो कि पुतिन तैयार हुंदे ने जां नहीं हुंदे, कि बेलारूस दे विच गलबात हुंदी है जां मिन्स्क दे विच गलबात हुंदी है जां हाल दी घड़ी ये गलबात हुंदी नहीं। पर दूसरे पासे जदों गलबात की हरेक किसी गल तन पत्तन लग नहीं रही तां खबरां मिल रही ने कि यूक्रेन दे विच अमरीका जां होर मुल्क सीधे तौर पर फौज तां नहीं भेज रहे, पर पश्चिमी मुल्कां ने आख्या है जिन्हां दी गिणती कुल 28 दसी जा रही है कि तुसीं लड़ो, हथियार असीं तुहानूं भेजांगे। यूक्रेन के राष्ट्रपति जेलेंस्की ने दस्सिया कि पश्चिमी मुल्कों तो हथियारों की सप्लाई उन्होंने मिल रही है। इसी दौरान यूक्रेन ते रूस का हमला भी लगातार उस तरह जारी है और यह हमला वड्डे पद्धर ते हुंदा जा रहा है। कीव के उत्ते अज भारी बंबारी दी खबरां ने। यूक्रेन के विदेश मंत्री कुलेबा ने ट्वीट करके जानकारी दी है कि अमरीका, बरतानिया अते कुल 28 मुल्क ने जिहड़े यूक्रेन नूं अत आधुनिक हथियार भेजण वास्ते सहमत हो गया है। ਇਹਦੇ ਨਾਲ ਹੀ ਮੈਡੀਕਲ ਸਪਲਾਈ ਵੀ ਅਤੇ ਹੋਰ ਫੌਜੀ ਸਾਜੋ ਸਮਾਨ ਵੀ ਉਹਨਾਂ ਨੂੰ ਮੁਹੱਈਆ ਕਰਵਾਇਆ ਜਾਏਗਾ। ਯੂਕਰੇਨ ਦਾ ਇੱਕ ਸ਼ਹਿਰ ਹੈ ਵੇਸਾ ਇਲਕੀਵ ਦੇ ਮੇਅਰ ਨਟਾਲੀਆ ਨੇ ਆਖਿਆ ਕਿ ਲੜਾਈ ਰਾਤ ਭਰ ਵੀ ਹੁੰਦੀ ਰਹੀ। ਹਾਲਾਂਕਿ ਹਾਲੇ ਵੀ ਕਹਿੰਦੇ ਉਹ ਪੂਰੀ ਇਹ ਜਿਹੜਾ ਸ਼ਹਿਰ ਹੈ ਇਹ ਯੂਕਰੇਨ ਦੇ ਕੰਟਰੋਲ 'ਚ ਹੈ। ਕੀਵ ਹੈ ਜਿਹੜਾ ਕੀਵ ਵੀ ਭਾਵੇਂ ਪਹਿਲਾਂ ਸ਼ਾਂਤੀਪੂਰਨ ਤਰੀਕੇ ਨਾਲ ਲੱਗਦਾ ਸੀ ਕਿ ਉਹਨੂੰ ਬਚਾ ਲਿਆ ਜਾਏਗਾ, ਪਰ कीव ते उत्तों भी खबर मिल रही कि रात भर बंब चलण दीयां आवाज़ां सुनाई दित्तियां ते बहुत सारे लोग ने जिहड़े यूक्रेन नूं छड्ड के अपनी जान बचाउण दे वास्ते गुआंढी मुल्कां वल रुख कर रहे हैं। अगे चल के खबर तुहाडे नाल साझी करांगे कि किन्नी क वड्डी गिणती विच लोग यूक्रेन छड्ड के बाहरले मुल्कां च पनाह लै रहे हैं। पर उहदे तो पहिलां रूस के राष्ट्रपति पुतिन दे बैक टू बैक नादरशाही आखां जां तानाशाही फरमान सामने आए है। रूस सरकार के अंडर काम करने वाली जिन्नी भी मीडिया ने जां मीडिया रैगूलेटरी आखां, मीडिया रैगूलेटरी डिवीजन ने शनिवार बाद दोपहर एक आदेश जारी कर दिता है। उस आदेश के विच कहा गया कि कोई भी मीडिया हाउस इस वक्त जंग, हमला जां घुसपैठ वर्गे शब्दों का इस्तेमाल ना करे। जेकर किसी ने इस आदेश नूं ना मन्निया तो जिहड़ा पत्रकार जंग, युद्ध, घुसपैठ, हमला कहेगा उन्होंने सजा देंगे, उहदा मीडिया हाउस बंद कर देंगे जां फिर उन्होंने तकड़ा जुर्माना ठोक देंगे। हुण तुहानूं ये जिहड़ा फरमान है तानाशाही लगता है, नादरशाही लगता है, जां तुहानूं लगता है कि इस आदेश तो बाद, संदेश तो बाद तुहानूं तानाशाही साबित हुंदी आ उहदी, जां इहदे नाल पुतिन दी जां रूस की इमेज खराब हो रही है, जां तुहानूं लगदा कि इस तरह के सुनेहे दुनिया भर के सामने जिहड़े आ रहे हैं उहदे नाल पुतिन एक ताकतवर आगू के तौर पर उभर रहा है। पर यह भी पता लग्या है कि नालों नाल रूस सोशल मीडिया के उत्ते भी खास तौर पर नज़र रख रहा है। उचेचे तौर पर जिहड़े राष्ट्रपति पुतिन का विरोध कर रहे हैं उन्होंने आख्या जा रहा है कि ये कार्रवाइयां बंद कर दिओ। मीडिया हाउसिस नूं यह भी हुक्म दे दिता गया है कि सिर्फ तो सिर्फ वो जानकारी लोगों तक पुजदी की जाए जिहड़ी जानकारी तुहानूं सरकार वालों दी जा रही है। शायद एक कदम उठाउण की वजह यह दसी जा रही है कि कुछ मीडिया आउटलैट्स ये दावा कर रही सी कि यूक्रेन की फौज ने रूस नूं वड्डा नुकसान पहुँचा दिता है अते रूसी सैनिक वड्डी गिणती विच मारे जा रहे हैं। यूक्रेन की फौज वड्डे हल्ले रूसी फौज ते कर रही है। शायद इस खबर जां इन्हां खबरों के मद्देनज़र रूस के वलों तानाशाही फरमान जारी कर दिता गया है। यही नहीं, रूस के राष्ट्रपति आखां जां रूस आखां सचमुच बेलगम हो गया है। यूक्रेन के उत्ते तां उन्हें फौज चाढ़े दी है।
यूक्रेन तो बाद रूस ने फिनलैंड ते स्वीडन नूं भी धमकी दे दित्ती है। ये धमकी दरअसल उस तरह की धमकी है जिस तरह यूक्रेन के उत्ते फौजां चाढ़ियां ने। लगता सी कि वो नाटो दे विच शामिल होणगे। ਇਹਦੇ ਤੋਂ ਬਾਅਦ अमरीकी राष्ट्रपति जो बाइडन ने आख्या है कि ओपन डोर पॉलिसी होनी चाहिए है। तो रूस के विदेश मंत्रालय के बुलारे ने मारिया जखारोवा ने कहा कि फिनलैंड और स्वीडन वर्गे होरना मुल्कों की सुरक्षा को नुकसान पहुँचा के अपनी सुरक्षा का आधार नहीं बनाना चाहिए। ये मुल्क जेकर नाटो दे विच शामिल होए, उहदे मैंबर बने, तो इन्हां मुल्कां नूं भी गंभीर नतीजे भुगतने पैणगे। ਇਹਦੇ ਇਲਾਵਾ फौज ਅਤੇ राजनीतिक चुनौतियों का भी सामना करना पऊगा। दसना बनता है कि फिनलैंड की प्रधानमंत्री सना मारन ने संसद में आख्या है कि जेकर राष्ट्रीय सुरक्षा का मुद्दा वधिया तो असी नाटो की मैंबरशिप लिए काम कर सकते हैं। दसना बनता है कि ये पिछे रूस का डर क्यों है। रूस जेकर वो नाटो के मैंबर बनते तो डरदा क्यों है? क्योंकि रूस की जी वपारक राजधानी है, जिन्होंने अरबपतियों का शहर भी आख्या जाता है, सेंट पीटरसबर्ग, वो फिनलैंड के नाल लगता है। हुण जेकर फिनलैंड नाटो का मैंबर बनता है तो रूस अते उत्तरी मोर्चे के उत्ते नाटो की सिद्ध मसिद्धी पहुँच हो जानी है। भविख दे विच उत्थे तनाव वध सकता है। अमरीका अपनियां उत्थे छाउणियां अपना एयर बेस बना सकता है। यही वजह है कि रूस ने ना केवल फिनलैंड अते स्वीडन नूं भी फौज की धमकी दे दी है। फिनलैंड की प्रधानमंत्री ने आख्या है कि भावें रूस ने हाले तक उन्होंने मुल्क ते किसी तरह का कोई पोलीटिकल या मिलिटरी एक्शन नहीं लिया, पर यूक्रेन के आ हमले तो बाद असी सोचना विचारना शुरू कर दिता है कि असी नाटो के मैंबर बन जाइए। दूसरे पासे स्वीडन की प्रधानमंत्री एंडरसन ने कहा कि रूस दीयां हरकतां ने यूरोप की सुरक्षा ते हमला किया है। यूक्रेन के जिहड़े हालात ने उन्होंने कहते सिर्फ तो सिर्फ जेकर मद्देनज़र रख के किसी को जिम्मेवार ठहराना होवे तो यूक्रेन नूं नहीं सगों रूस नूं जिम्मेवार ठहराया जा सकता है। हुण यूक्रेन तो बाद अगलियां नज़रां फिनलैंड उत्ते भी ने, स्वीडन उत्ते भी ने। सो इसे करके अमरीका ते कुछ होर जिहड़े वड्डे मुल्क ने वो सिद्धम सिद्धी दखल अंदाजी नहीं कर रहे, भाव अपनियां फौजां नहीं भेज रहे। उहदा वड्डा कारण ये दस्सिया जा रहा कि जेकर ये मुल्क जाते हैं, पहली गल तो यूक्रेन नाटो का मैंबर नहीं। दूसरी गल जे जांदे तो हो सकता कि ये जंग, ये युद्ध बंद होने की बजाय ये तीसरे संसार जंग दे विच बदल जाए। इस करके फूक फूक के कदम चुके जा रहे हैं। तो ये पिछे एक कारण होर भी है कि अमरीका ये भी एक सुनेहा देना चाहता है कि जिहड़े मुल्क नाटो के मैंबर नहीं बने, आने वाले समय में उन्हां ते हमले हो सकते हैं। इस करके वो अपना खेमा वड्डा करना चाहता है कि आ लो आ मैंबर नहीं सी, हमला हो गया, असी भी नहीं बौड़े। जे तुसी भी चाहते हो पहली गल कि तुहाडे ते हमला ना होवे, जे किते इस तरह की कोई कार्रवाई करता तो तुहाडी असी पिठ ते आके खड़ीए, तो नाटो के मैंबर बन जाओ। सो आपो अपने तरीके नाल रूस अपने दां ते है, अमरीका ते पश्चिमी मुल्क अपने दां ते ने। पर इहदे विचों नुकसान किहदा होना है दस्सण की जरूरत नहीं। सड़ रहा है, यूक्रेन बल रहा है। हुण जेकर जो सड़ बल ना रहा होवे, अपनी जान का खतरा ना होवे, तीले तीले जोड़ के इंसान घर बनाउंदा है। किसी का दिल नहीं करता कि अपने घर नूं छड्ड के जाया जावे। भुब्बां मार के रोंदा इंसान। असीं जदों विदेश की धरती नूं आउंदे आ, सानूं पता हुंदा कि 6 महीने नूं, साल नूं, 2 साल नूं, 4 साल नूं वापस परतांगे। दुनिया उम्मीद ते टिकी हुई है, किसी ने दरवाजे बंद नहीं कीते हुंदे। पर घर छड्डणे औखे ने, घर छड्डण वेले हर कोई रोंदा है। पर आ पता लग रहा संयुक्त राष्ट्र शरणार्थी एजेंसी है, उन्होंने दस्सिया कि यूक्रेन के उत्ते जिहड़ा रूस ने यह हमला किया है, उहदे कारण यूक्रेन के लोग 1.25 लाख तो वध हुण तक गवांढी मुल्कां दे विच शरण लै चुके हैं। विश्व पद्धरी एजेंसी के मुताबिक रूस वालों राजधानी कीव ते कब्जे की कोशिश करन करके यूक्रेनी थोड़ा बहुता समान, हुण एक बंदा जिहड़ा पैदल जा रहा है, जिन्हें सैकड़े किलोमीटर का पेंडा तय करना, तो उपरों गोलियां वर रही ने, किन्ना समान चुक सकता है। तन दे कपड़े भी मसा ने उन्होंने कोले, किसी को थोड़ा जिहा छोटा मोटा झोला, किसी को थैला, किसी को बैग है। वो आपो अपना समान चुक के लगातार भज रहे हैं, घर छड्ड रहे हैं। ये गिणती दिन प्रति दिन वध रही है। इन्हां विचों वड्डी गिणती विच लोग पैदल ने, कुछ एक साइकिलों ते ने,
ਤੇ ਕੁਝ ਇੱਕ ਜਿਹੜੇ ਨੇੜੇ ਦੇ ਸ਼ਹਿਰਾਂ ਵਾਲੇ ਉਹ ਕਾਰਾਂ ਤੇ ਵੀ ਹੈ, ਪਰ ਘਰ ਛੱਡਣ ਵਾਸਤੇ ਮਜਬੂਰ ਨੇ। ਇਹਨਾਂ ਵਿੱਚੋਂ ਗਿਣਤੀ ਕੁਝ ਬਜ਼ੁਰਗਾਂ ਦੀ ਹੈ, ਵੱਡੀ ਗਿਣਤੀ ਵਿੱਚ ਔਰਤਾਂ ਤੇ ਬੱਚੇ ਨੇ। ਤੁਸੀਂ ਦੇਖੋ ਕਿ ਮੰਫੀ ਦੇ ਵਿੱਚ ਤਾਪਮਾਨ ਆ, ਉੱਥੇ ਮਾਈਨਸ ਦੇ ਵਿੱਚ ਤਾਪਮਾਨ ਹੋਣ ਦੇ ਬਾਵਜੂਦ ਉਹਨਾਂ ਕੋਲ ਕੰਬਲ ਨਹੀਂ ਹੈ ਕਿ ਘਰੋਂ ਨਿਕਲ ਤੁਰਿਆ ਤੇ ਰਾਤ ਕੱਟਣੀ ਕਿੱਥੇ ਹੈ। ਖਾਣ ਵਾਸਤੇ ਰਸਤੇ ਵਿੱਚ ਉਹਨਾਂ ਕੋਲੇ ਕੁਝ ਨਹੀਂ ਹੈ, ਪਰ ਫਿਰ ਵੀ ਦੇਖੋ ਕਿ ਇਹਨਾਂ ਹਾਕਮਾਂ ਨੂੰ ਤਰਸ ਨਹੀਂ ਆਉਂਦਾ। ਪਰ ਉਹ ਜਾ ਰਹੇ ਨੇ, ਘਰ ਛੱਡ ਕੇ ਜਾ ਰਹੇ ਨੇ। ਬੀਤੇ 2 ਦਿਨਾਂ ਤੋਂ ਇੱਕ ਵੀਡੀਓ ਬਹੁਤ ਵਾਇਰਲ ਹੋਈ ਹੈ ਕਿ ਆਪਣੀ 6 ਵਰਿਆਂ ਦੀ ਧੀ ਨੂੰ ਤੇ ਆਪਣੀ ਘਰਵਾਲੀ ਨੂੰ ਛੱਡਣ ਵੇਲੇ ਇੱਕ ਆਦਮੀ, ਇੱਕ ਵਿਅਕਤੀ ਕਿਵੇਂ ਭੁੱਬਾਂ ਮਾਰ-ਮਾਰ ਕੇ ਪਰਿਵਾਰ ਰੋਂਦਾ ਹੈ। ਔਰ ਉਹਨਾਂ ਨੂੰ ਇਸ ਗੱਲ ਦਾ ਇਲਮ ਨਹੀਂ ਕਿ ਮੁੜ ਕੇ ਉਹ ਮਿਲਣਗੇ ਜਾਂ ਨਹੀਂ ਮਿਲਣਗੇ। ਹੁਣ ਸੰਯੁਕਤ ਰਾਸ਼ਟਰ ਸ਼ਰਨਾਰਥੀ ਹਾਈ ਕਮਿਸ਼ਨ ਦੀ ਬੁਲਾਰੀ ਸ਼ਾਬੀਆ ਮੰਟੂ ਨੇ ਦੱਸਿਆ ਕਿ ਗਿਣਤੀ ਦਿਨ ਪ੍ਰਤੀ ਦਿਨ ਨਹੀਂ ਸਗੋਂ ਹਰ ਘੰਟੇ ਵਧ ਰਹੀ ਹੈ। ਜਦੋਂ ਤੱਕ ਆ ਖਬਰ ਤੁਹਾਡੇ ਕੋਲ ਜਾਵੇ, ਹੋ ਸਕਦਾ ਇਹ ਅੰਕੜਾ ਹੋਰ ਵੱਧ ਚੁੱਕਿਆ ਹੋਵੇ। ਤੇ ਇੱਕ ਅਨੁਮਾਨ ਹੈ ਕਿ ਜੇਕਰ ਇਹ ਜੰਗ, ਜੇਕਰ ਯੁੱਧ ਨਾ ਰੁਕਿਆ ਤਾਂ ਘੱਟੋ ਘੱਟ 40 ਲੱਖ ਯੂਕਰੇਨੀ ਆਪਣਾ ਮੁਲਕ ਛੱਡ ਕੇ ਗੁਆਂਢੀ ਮੁਲਕਾਂ ਦੇ ਵਿੱਚ ਸ਼ਰਨ ਲੈਣ ਵਾਸਤੇ ਪਹੁੰਚ ਜਾਣਗੇ। ਹੁਣ ਇਹਦੇ 'ਚ ਇੱਕ ਹੋਰ ਵੱਡੀ ਮੁਸੀਬਤ ਸਾਹਮਣੇ ਆ ਰਹੀ ਹੈ ਕਿ ਜਿਹੜੇ ਲੋਕ ਆਪੋ ਆਪਣੇ ਘਰ ਛੱਡ ਕੇ ਜਾ ਰਹੇ ਨੇ, ਉਹਨਾਂ ਵਿੱਚ ਕੁਝ ਇੰਡੀਆ ਦੇ ਵੀ ਨੇ। ਉਹ ਆ ਰਹੇ ਨੇ ਕਿ ਗੁਆਂਢੀ ਮੁਲਕਾਂ ਦੇ ਵਿੱਚੋਂ ਸਾਨੂੰ ਰੈਸਕਿਊ ਕੀਤਾ ਜਾਏਗਾ। ਪਰ ਜਿਹੜੇ ਵਿਦਿਆਰਥੀ ਫਸੇ ਹੋਏ ਨੇ ਉਹ ਆਪਣੀਆਂ ਮਜਬੂਰੀਆਂ ਦੱਸ ਰਹੇ ਨੇ। ਉਹ ਕਹਿੰਦੇ ਸਾਡੇ ਲਈ ਐਡਵਾਈਜ਼ਰੀ ਜਾਰੀ ਹੋਈ ਸੀ ਕਿ ਫਲਾਣੀ ਥਾਂ ਤੇ ਆਓ, ਉੱਥੋਂ ਬੱਸ ਚੁੱਕੂ। 5-5 7-7 ਘੰਟੇ ਬੈਠੇ ਰਹੇ, ਕੋਈ ਬੱਸ ਨਹੀਂ ਆਈ। ਮੁੜ ਕੇ ਜਾਈਏ ਕਿੱਥੇ? ਫਿਰ ਕਹਿੰਦੇ ਕਈਆਂ ਨੇ 2-2 4-4 ਦਿਨ ਦੇ ਵਿੱਚ ਵੱਡਾ ਤੇ ਲੰਬਾ ਪੈਂਡਾ ਤੈਅ ਕੀਤਾ, ਕਿਉਂਕਿ ਨੇੜੇ ਤੋਂ ਨੇੜੇ ਸਰਹੱਦ ਵੀ ਜੇਕਰ ਜਾਣਾ ਹੋਵੇ ਬੱਸ ਵਿੱਚ ਵੀ ਘੱਟੋ ਘੱਟ, ਕਾਰ ਵਿੱਚ ਘੱਟੋ ਘੱਟ 7.5 ਤੋਂ 8.5 ਘੰਟੇ ਲੱਗਦੇ ਆ। ਉਹ ਕਹਿੰਦੇ ਕਿਸੇ ਨਾ ਕਿਸੇ ਤਰੀਕੇ ਅਸੀਂ ਆਪਣੀ ਜੇਬ ਦੇ ਵਿੱਚੋਂ ਖਰਚਾ ਕਰਕੇ ਸਰਹੱਦ ਤੇ ਪਹੁੰਚੇ, ਪਰ ਸਰਹੱਦ ਦੇ ਉੱਤੇ ਸਿਰਫ ਤੇ ਸਿਰਫ ਯੂਕਰੇਨੀਅਨ ਜਾਂ ਹੋਰਨਾਂ ਨਾਗਰਿਕਾਂ ਨੂੰ ਲਾਂਘਾ ਦਿੱਤਾ ਜਾ ਰਿਹਾ ਤੇ ਇੰਡੀਆ ਵਾਲੇ ਬੈਠੇ ਤਰਸ ਰਹੇ ਨੇ, ਤੜਫ ਰਹੇ ਨੇ। ਉਹਨਾਂ ਨੂੰ ਲੰਘਣ ਨਹੀਂ ਦਿੱਤਾ ਜਾ ਰਿਹਾ ਚੈੱਕ ਪੋਸਟ ਤੋਂ। ਆਪਣੇ ਆਪ ਦੇ ਵਿੱਚ ਵੱਡੀਆਂ ਮੁਸੀਬਤਾਂ ਨੇ। ਕਿਆਸ ਕਰਕੇ ਦੇਖੋ ਕਿ ਉਹ ਸਥਿਤੀ ਕੀ ਹੋਏਗੀ ਜਦੋਂ ਕਿਸੇ ਨੂੰ ਘਰ ਵੀ ਛੱਡਣਾ ਪੈ ਰਿਹਾ ਹੈ। ਇਹ ਨਹੀਂ ਪਤਾ ਕਿ ਮੁੜ ਕੇ ਆਉਂਦਿਆਂ ਨੂੰ ਘਰ ਹੋਵੇਗਾ ਜਾਂ ਪਰਿਵਾਰ ਹੋਵੇਗਾ। ਕੁਝ ਕੁ ਤਸਵੀਰਾਂ ਸਾਹਮਣੇ ਆਈਆਂ ਨੇ। ਕੁਝ ਮਹਿਲਾਵਾਂ ਆਪਣਾ ਘਰ ਛੱਡ ਕੇ ਗਈਆਂ ਸੀ, ਕਿਸੇ ਗੁਆਂਢੀ ਦੇ ਘਰ ਹੇਠਾਂ ਤਹਿਖਾਨੇ ਵਿੱਚ ਲੁਕ ਗਈਆਂ ਸੀ। ਦੂਸਰੇ ਦਿਨ ਆਪਣਾ ਘਰ ਵੇਖਣ ਆਈਆਂ, ਘਰ ਨਹੀਂ। ਕਹਿੰਦੇ ਮੁਲਕਾਂ ਦੇ ਹਾਕਮ ਹੋਏ, ਜੰਗ ਨਾ ਉਹ ਲਾਇਓ ਤੁਸੀਂ। ਹੱਦਾਂ ਦੇ ਕਤਲ ਅਰਮਾਨ ਹੋਣਗੇ। ਆ ਅਰਮਾਨ ਕਤਲ ਕੀਤੇ ਜਾ ਰਹੇ ਨੇ, ਨਿੱਜੀ ਸਵਾਰਥਾਂ ਵਾਸਤੇ ਕਤਲ ਕੀਤੇ ਜਾ ਰਹੇ ਨੇ। ਤੇ ਹੁਣ ਅਗਲੀ ਖਬਰ ਜਾਂਦੇ ਜਾਂਦੇ ਤੁਹਾਡੇ ਨਾਲ ਪੰਜਾਬ ਵਾਲੇ ਪਾਸੇ ਦੀ ਵੀ ਸ਼ਾਮਲ ਕਰ ਲਈਏ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਬੀਤੀ 20 ਤਰੀਕ ਨੂੰ, 20 ਫਰਵਰੀ ਨੂੰ ਹੋ ਗਈਆਂ ਸੀ। ਨਤੀਜਿਆਂ ਦੀ ਉਡੀਕ ਹੈ ਤੇ ਨਤੀਜੇ 10 ਮਾਰਚ ਨੂੰ ਆਉਣੇ ਨੇ। ਇਸੇ ਦਰਮਿਆਨ ਜੋੜ ਤੋੜ ਦੀਆਂ ਖਬਰਾਂ ਰੋਜ਼ਾਨਾ ਮਿਲਦੀਆਂ ਨੇ। ਕਦੇ ਕੋਈ ਕਹਿੰਦਾ ਆਮ ਆਦਮੀ ਪਾਰਟੀ ਸਭ ਤੋਂ ਵੱਡੀ ਬਣ ਕੇ ਉਭਰੂ, ਕਦੇ ਕਹਿੰਦੇ ਕਾਂਗਰਸ ਦੁਬਾਰਾ ਆਜੂ, ਕਦੇ ਕਹਿੰਦੇ ਨਹੀਂ ਅਕਾਲੀ ਬੁੱਲਾਂ ਤੇ ਜੀ ਫੇਰੀ ਜਾਂਦੇ ਆ, ਕਦੇ ਅਕਾਲੀ ਭਾਜਪਾ ਕਹਿੰਦੇ ਫੇਰ ਗੱਠਜੋੜ ਕਰ ਲੂ। ਤਰ੍ਹਾਂ ਤਰ੍ਹਾਂ ਦੀਆਂ ਕਿਆਸ ਰਾਈਆਂ ਲੱਗ ਰਹੀਆਂ ਨੇ। ਹਾਲਾਂਕਿ ਭਾਜਪਾ ਦੇ ਵੱਡੇ ਵੱਡੇ ਆਗੂ ਇਹ ਆਖ ਚੁੱਕੇ ਨੇ ਕਿ ਜੇਕਰ ਸਮਝੌਤਾ ਕਰਨਾ ਪਿਆ ਮੁੜ ਅਕਾਲੀ ਦਲ ਨਾਲ ਕਰਾਂਗੇ ਤੇ ਗੱਠਜੋੜ ਬਣਾਵਾਂਗੇ। ਪਰ ਆਮ ਆਦਮੀ ਪਾਰਟੀ ਦੀ ਸਰਕਾਰ ਬਹੁਤੇ ਕਹਿੰਦੇ ਆ ਕਿ ਬਣਨ ਨਹੀਂ ਦੇਣੀ। ਪਰ ਭਾਜਪਾ ਦੇ ਕੌਮੀ ਪ੍ਰਧਾਨ ਨੇ ਜੇਪੀ ਨੱਡਾ ਨੇ ਫਿਲਹਾਲ ਭਾਜਪਾ ਤੇ ਅਕਾਲੀ ਦਲ ਗੱਠਜੋੜ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਕਰ ਦਿੱਤਾ ਹੈ। ਉਹਨਾਂ ਨੇ ਆਖਿਆ ਕਿ ਨਤੀਜਿਆਂ ਤੋਂ ਬਾਅਦ ਅੰਤਮ ਫੈਸਲਾ ਕੀਤਾ ਜਾਊ ਤੇ ਅੰਤਮ ਫੈਸਲਾ ਭਾਜਪਾ ਸੰਸਦੀ ਬੋਰਡ ਵੱਲੋਂ ਲਿਆ ਜਾਊ। ਉਹਨਾਂ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਕਿ ਪੰਜਾਬ ਦੇ ਵਿੱਚ ਕਿਸੇ ਵੀ ਪਾਰਟੀ ਨੂੰ ਬਹੁਮਤ ਮਿਲਣ ਦੀ ਸੰਭਾਵਨਾ ਹੈ। ਉਹ ਕਹਿੰਦੇ ਬਿਲਕੁਲ ਜੋ ਹੁਣ ਤੱਕ ਦੇਖਿਆ ਜਾ ਰਿਹਾ ਉਹ ਇਹ ਲੱਗਦਾ ਹੈ ਕਿ ਗੱਠਜੋੜ ਤਾਂ ਕਰਨਾ ਪਊ, ਪਰ ਕਿਹਦੇ ਨਾਲ ਕੀਤਾ ਜਾਊ ਇਹ ਕਹਿਣਾ ਹਾਲੇ ਜਲਦਬਾਜ਼ੀ ਹੈ। ਇਹ ਤਾਂ ਕਹਿੰਦੇ 10 ਮਾਰਚ ਤੋਂ ਬਾਅਦ ਜਦੋਂ ਵੋਟਾਂ ਦੀ ਗਿਣਤੀ ਸਾਹਮਣੇ ਆਉਣੀ ਆ ਉਦੋਂ ਹੀ ਦੱਸਿਆ ਜਾ ਸਕਦਾ ਹੈ। ਉਹਨਾਂ ਆਖਿਆ ਕਿ ਭਾਜਪਾ ਪੰਜਾਬ ਦੇ ਵਿੱਚ ਆਪਣਾ ਆਧਾਰ ਮਜ਼ਬੂਤ ਕਰ ਰਹੀ ਹੈ ਅਤੇ ਇਹਨੂੰ ਹੋਰ ਮਜ਼ਬੂਤ ਕਰਨਾ ਚਾਹੁੰਦੀ ਹੈ। ਉਹ ਕਹਿੰਦੇ ਸਾਨੂੰ ਤੇ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਅਸੀਂ ਇਸ ਵਾਰ ਜ਼ਿਆਦਾ ਹਲਕਿਆਂ ਤੋਂ ਚੋਣ ਲੜੀ ਹੈ। ਦੱਸਣਾ ਬਣਦਾ ਜਦੋਂ ਅਕਾਲੀ ਭਾਜਪਾ ਦਾ ਗੱਠਜੋੜ ਹੁੰਦਾ ਸੀ ਤਾਂ ਭਾਜਪਾ ਵਾਲੇ ਸਿਰਫ 23 ਹਲਕਿਆਂ ਤੋਂ ਚੋਣ ਲੜਿਆ ਕਰਦੇ ਸੀ। ਪਰ ਬੀਤੇ ਦਿਨੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਉਹ ਆਖ ਚੁੱਕੇ ਹੈ ਕਿ ਪੰਜਾਬ ਦੇ ਚੋਣ ਨਤੀਜੇ ਸਾਰਿਆਂ ਨੂੰ ਭੈ ਭੀਤ ਕਰਨ ਵਾਲੇ ਹੋਣਗੇ ਤੇ ਹੈਰਾਨੀਜਨਕ ਹੋਣਗੇ। ਉਹਨਾਂ ਆਖਿਆ ਸੀ ਕੋਈ ਵੀ ਦਾਅਵਾ ਨਹੀਂ ਕਰ ਸਕਦਾ ਕਿ ਕਿਹੜੀ ਪਾਰਟੀ ਸਰਕਾਰ ਬਣਾਊ।
ਉਹ ਕਹਿੰਦੇ ਸਿਆਸੀ ਪੰਡਤ ਤਾਂ ਨਹੀਂ ਦੱਸ ਸਕਦੇ, ਜੋਤਸ਼ੀ ਭਾਵੇਂ ਕੋਈ ਦੱਸ ਦੇਵੇ ਕਿ ਕਿਹੜੀ ਪਾਰਟੀ ਸਰਕਾਰ ਬਣਾਊ, ਪਰ ਸੱਚ ਜਾਣਿਓ ਇਸ ਵਕਤ ਪੰਜਾਬ ਦੇ ਚੋਣ ਨਤੀਜਿਆਂ ਨੂੰ ਲੈ ਕੇ ਜੋਤਸ਼ੀ ਵੀ ਫੇਲ ਹੋਏ ਬੈਠੇ ਨੇ। ਤੇ ਪੰਜਾਬ ਦੇ ਜਿਹੜੇ ਚੋਣ ਨਤੀਜੇ ਨੇ ਉਹਦੇ ਬਾਬਤ ਮਾਹਿਰਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਇਸ ਵਕਤ ਵੋਟਰ ਸਾਇਲੈਂਟ ਰਿਹਾ, ਚੁੱਪ ਰਿਹਾ, ਉਹਨੇ ਆਪਣੇ ਪੱਤੇ ਨਹੀਂ ਖੋਲੇ, ਲੱਗਦਾ ਕਿ ਲੰਗੜੀ ਸਰਕਾਰ ਹੋਊਗੀ। ਕਿਉਂਕਿ ਪਿਛਲੀਆਂ ਜੇਕਰ ਵਿਧਾਨ ਸਭਾ ਚੋਣਾਂ ਦੇ ਉੱਤੇ ਨਜ਼ਰ ਮਾਰੀਏ ਤਾਂ 2017 ਦੇ ਮੁਕਾਬਲੇ ਆ 2022 ਦੀਆਂ ਚੋਣਾਂ ਦੇ ਵਿੱਚ 5% ਪੋਲਿੰਗ ਘੱਟ ਹੋਈ ਹੈ। 2017 ਦੇ ਵਿੱਚ ਤਕਰੀਬਨ 77% ਵੋਟ ਪੋਲ ਹੋਈ ਸੀ, 77.20%। ਇਹਨਾਂ ਦੇ ਵਿੱਚ ਜਿਹੜੀਆਂ ਹੁਣ ਚੋਣਾਂ ਹੋ ਕੇ ਹਟੀਆਂ ਨੇ ਲਗਭਗ 72% ਦਾ ਅੰਕੜਾ ਵੀ ਟੱਚ ਨਹੀਂ ਕੀਤਾ, 71.95% ਵੋਟਿੰਗ ਹੋਈ ਸੀ। ਮਾਝੇ ਤੇ ਦੁਆਬੇ ਦੇ ਵਿੱਚ ਪੋਲਿੰਗ ਘੱਟ ਹੋਈ, ਜਦੋਂ ਕਿ ਮਾਲਵੇ ਦੇ ਵਿੱਚ ਬੰਪਰ ਵੋਟਿੰਗ ਹੋਈ। ਹੁਣ ਮਾਲਵਾ ਜਿੱਧਰ ਝੁੱਲ ਜਾਂਦਾ, ਜਿੱਧਰ ਝੁਕ ਜਾਂਦਾ ਸਰਕਾਰ ਉਹਦੀ ਬਣ ਜਾਂਦੀ ਹੈ। ਪਿਛਲੀ ਵਾਰੀ ਜੇਕਰ ਆਮ ਆਦਮੀ ਪਾਰਟੀ ਵਿਰੋਧੀ ਧਿਰ ਬਣੀ ਤਾਂ ਕੁੱਲ 20 ਦੇ ਵਿੱਚੋਂ 18 ਹਲਕੇ ਪੰਜਾਬ ਦੇ ਮਾਲਵੇ ਚੋਂ ਜਿੱਤੇ। ਜੇਕਰ 77 ਸੀਟਾਂ ਕੁੱਲ ਮਿਲੀਆਂ ਕਾਂਗਰਸ ਪਾਰਟੀ ਨੂੰ ਤਾਂ ਉਹਦੇ ਵਿੱਚੋਂ 40 ਇਕੱਲੇ ਮਾਲਵੇ ਚੋਂ ਮਿਲੀਆਂ ਸੀ। ਇਸੇ ਕਰਕੇ ਹਾਲੇ ਕੋਈ ਵੀ ਜਿੱਤ ਦਾ ਦਾਅਵਾ ਨਹੀਂ ਕਰ ਰਿਹਾ, ਕਿਉਂਕਿ ਬੰਪਰ ਵੋਟਿੰਗ ਦੱਸਦੀ ਹੈ ਕਿ ਕਿਤੇ ਕਾਂਗਰਸ ਤੇ ਉਲਟ ਨਾ ਹੋਵੇ। ਬੰਪਰ ਵੋਟਿੰਗ ਤੋਂ ਕੁਝ ਨਾ ਕੁਝ ਉਮੀਦ ਆਮ ਆਦਮੀ ਪਾਰਟੀ ਨੂੰ ਵੀ ਹੈ, ਪਰ ਹਾਲ ਦੀ ਘੜੀ ਕੁਝ ਨਹੀਂ ਆਖਿਆ ਜਾ ਸਕਦਾ ਕਿ ਸਰਕਾਰ ਕੌਣ ਬਣਾਊ, ਕੌਣ ਜਿੱਤੂ ਤੇ ਕੌਣ ਹਾਰੂ। ਪਰ ਜੇਪੀ ਨੱਡਾ ਦੇ ਇਸ ਬਿਆਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਜਿਹੜਾ ਬੁੱਲਾਂ ਤੇ ਜੀਭ ਫੇਰ ਰਿਹਾ ਸੀ, ਲੱਗਦਾ ਸੀ ਕਿ ਸਰਕਾਰ ਸਾਡੀ ਬਣ ਜਾਣੀ ਹੈ, ਕੈਪਟਨ ਢੀਂਡਸੇ ਭਾਜਪਾ ਸਾਰਿਆਂ ਨੂੰ ਨਾਲ ਰਲਾ ਲਾਂਗੇ, ਸੁਖਬੀਰ ਸਿੰਘ ਬਾਦਲ ਮੁੱਖ ਮੰਤਰੀ ਹੋਣਗੇ ਤੇ ਆਮ ਆਦਮੀ ਪਾਰਟੀ ਵਾਲਿਆਂ ਨੂੰ ਅਸੀਂ ਨੇੜੇ ਨਹੀਂ ਲੱਗਣ ਦੇਣਾ। ਜਿਹੜਾ ਆ ਜੇਪੀ ਨੱਡਾ ਦਾ ਬਿਆਨ ਆ ਗਿਆ ਨਾ, ਉਹਦੇ ਤੋਂ ਬਾਅਦ ਇੱਕ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ ਖਾਮੋਸ਼ ਹੋ ਗਿਆ। ਤੇ ਦੂਸਰੇ ਪਾਸੇ ਬੀਤੇ ਦਿਨ ਜਿਹੜੀ ਭਾਜਪਾ ਆਗੂਆਂ ਦਾ ਬਿਆਨ ਸੀ, ਪਹਿਲਾਂ ਉਹਨਾਂ ਨੇ ਭਗਵੰਤ ਮਾਨ ਤੇ ਕੇਜਰੀਵਾਲ ਹੋਰੀ ਖਾਮੋਸ਼ ਕਰ ਦਿੱਤੇ ਸੀ, ਉਹਨਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਸੀ। ਜਦੋਂ ਉਹਨਾਂ ਨੇ ਆਖਿਆ ਸੀ ਕਿ ਸਰਕਾਰ ਅਸੀਂ ਬਣਾਵਾਂਗੇ, ਭਾਵੇਂ ਸਾਨੂੰ ਕਿਸੇ ਵੀ ਪਾਰਟੀ ਨਾਲ ਗੱਠਜੋੜ ਕਿਉਂ ਨਾ ਕਰਨਾ ਪੈ ਜਾਏ। ਚੰਡੀਗੜ੍ਹ ਦਾ ਤੁਹਾਨੂੰ ਯਾਦ ਕਰਵਾ ਦਿੰਦਾ, ਚੰਡੀਗੜ੍ਹ ਦੀਆਂ ਸਥਾਨਕ ਚੋਣਾਂ ਦੇ ਵਿੱਚ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਸੀ ਆਮ ਆਦਮੀ ਪਾਰਟੀ, ਪਰ ਐਸੀ ਹੱਥ ਛੱਡਵੀਂ ਕੈਂਚੀ ਮਾਰੀ, ਐਸਾ ਜੋੜ ਤੋੜ ਕੀਤਾ, ਆਮ ਆਦਮੀ ਪਾਰਟੀ ਵਾਲੇ ਸਰਕਾਰ ਬਣਾਉਣ ਤੋਂ ਖੁੰਝ ਗਏ ਅਤੇ ਭਾਰਤੀ ਜਨਤਾ ਪਾਰਟੀ ਵਾਲੇ ਸਰਕਾਰ ਬਣਾ ਗਏ ਸੀ। ਭਾਵੇਂ ਕਿ ਆਉਣ ਵਾਲਾ ਸਮਾਂ ਦੱਸੂ, 10 ਮਾਰਚ ਦੇ ਨਤੀਜੇ ਦੱਸਣਗੇ, ਪਰ ਜੋੜ ਤੋੜ ਦੀ ਰਣਨੀਤੀ ਇਸ ਵਕਤ ਸਿਖਰਾਂ ਤੇ ਹੈ। ਕੱਲ ਪ੍ਰਕਾਸ਼ ਸਿੰਘ ਬਾਦਲ ਨੂੰ ਪੁੱਛਿਆ ਸੀ ਕਿ ਜੇਕਰ ਇਹ ਸਮੀਕਰਨ ਬਣ ਗਏ ਕਿ ਭਾਜਪਾ ਦੇ ਨਾਲ ਗੱਠਜੋੜ ਕਰ ਲਓਗੇ, ਜਵਾਬ ਨਹੀਂ ਦਿੱਤਾ ਬਜ਼ੁਰਗਾਂ ਨੇ। ਕਹਿੰਦੇ ਸੀ ਭਾਈ ਕੋਈ ਗੱਲ ਨਹੀਂ, ਪਾਰਟੀ ਫੈਸਲਾ ਕਰ ਲੂ, ਪਾਰਟੀ ਵੱਡੀ ਹੁੰਦੀ ਹੈ। ਕਹਿਣ ਦਾ ਭਾਵ ਉਹਨਾਂ ਨੇ ਇਨਕਾਰ ਨਹੀਂ ਸੀ ਕੀਤਾ। ਪਰ ਸੱਚਮੁੱਚ ਜੇਪੀ ਨੱਡਾ ਨੇ ਜਿਹੜਾ ਬਿਆਨ ਦਿੱਤਾ ਹੈ, ਉਹਦੇ ਤੋਂ ਬਾਅਦ ਕਿਤੇ ਕਿਤੇ ਲੱਗਦਾ ਹੈ ਕਿ ਸ਼ਾਇਦ ਅੰਦਰੋਂ ਅੰਦਰ ਹੀ ਖਿਚੜੀ ਪੱਕੀ ਵੀ ਜਾਂਦੀ ਹੈ, ਪਰ ਹਾਲੇ ਪੱਤੇ ਖੁੱਲ੍ਹ ਕੇ ਖੋਲੇ ਨਹੀਂ ਜਾ ਰਹੇ। ਸੋ ਦੋਸਤੋ, ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ। ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਜੇਕਰ ਪ੍ਰੋਗਰਾਮ ਚੰਗਾ ਲੱਗਿਆ, ਕਿਰਪਾ ਕਰਕੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ। ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਸਮਾਂ ਸਮਾਪਤ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।